ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Somebody asked Rabindranath Tagore that he has written the national anthem, I think for 2 countries if I'm not mistaken. How about writing the world's national anthem, the anthem for the entire world? He said, I'm not sure about the entire world's anthem, but one thing is sure. Somebody has already written the universal anthem. And that person is Guru Nanak Dev Ji, who wrote a Shabad called Aarti. And that Shabad Aarti is what we're going to discuss about today. Shabad ਹੈਗਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ. ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਗਏ ਸਨ ਜਗਨਨਾਥਪੁਰੀ ਦੇ ਟੈਂਪਲ ਉੜੀਸਾ ਦੇ ਵਿੱਚ ਹੈ ਤੇ ਉੱਥੇ ਉਹਨਾਂ ਨੇ ਦੇਖੀ he saw an ਆਰਤੀ going on in a temple in front of a statue of Krishna. And he looked at that and people were doing aarti. And the way of doing aarti is when you hold a platter and you put a certain things, some sandalwood, some light, some pearls and all that, and then you rotate it around the statue. He thought to himself, je sare बनाए हुए जगत ਦੇ ਵਿੱਚ ਜਿਹੜਾ ਪਰਮਾਤਮਾ ਹੈ ਜੇ ਉਹਦੀ ਆਰਤੀ ਕਰਨੀ ਹੋਏ ਉਹ ਕਿਵੇਂ ਹੋਏਗੀ. ਸੋ ਹੀ ਸਟਾਰਟਡ ਦ ਸ਼ਬਦ ਵਿਦ ਕੈਸੀ ਆਰਤੀ ਹੋਏ ਐਜ਼ ਅ ਕੁਐਸਚਨ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ. ਹੇ ਭਾਵ ਨੂੰ ਮਾਰਨ ਵਾਲੇ ਪਰਮਾਤਮਾ, ਦ ਡਿਸਟਰੋਇਰ ਆਫ ਫੀਅਰਸ. ਦੇਖੋ ਆਇਰੋਨਿਕਲ ਹੈ ਕਿਉਂਕਿ ਈਚ ਐਂਡ ਐਵਰੀਥਿੰਗ that he is going to talk about today is going to open up so many philosophies, and we need to understand this Shabad very sincerely because a lot of our philosophy is hidden in this Shabad. He says, Kaisi aarti hoye bhav khandana. And when we have any relationship with that creator, with that divine, ਉਹ ਹਮੇਸ਼ਾ ਡਰਦਾ ਹੁੰਦਾ ਹੈ. ਅਸੀਂ ਰੱਬ ਦੇ ਅੱਗੇ ਵੀ ਝੁਕਦੇ ਹਾਂ ਤੇ ਕਿਸੇ ਡਰ ਕਰਕੇ ਹੁੰਦੇ ਹਾਂ. ਪਰ ਗੁਰੂ ਸਾਹਿਬ ਕਹਿੰਦੇ ਨੇ ਹੇ ਪਰਮਾਤਮਾ ਤੂੰ ਡਰ ਨੂੰ ਮਿਟਾਉਣ ਵਾਲਾ ਹੈ. ਯਾਨੀ ਕਿ ਤੇਰੇ ਅੱਗੇ ਜਿਹੜਾ ਝੁਕਦਾ ਹੈ, ਜਿਹੜਾ ਤੇਰੀ ਭਗਤੀ ਕਰਦਾ ਹੈ, ਉਹਦੇ ਅੰਦਰ ਡਰ ਹੋ ਨਹੀਂ ਸਕਦਾ ਕਿਉਂਕਿ ਤੂੰ ਨਿਰਭਉ ਹੈ. ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੁਪੇਰੀ. ਇੱਕ ਐਸੀ ਧੁਨ, ਇੱਕ ਐਸੀ ਅੰਡਰਸਟੈਂਡਿੰਗ, ਇੱਕ ਐਸਾ ਆਨੰਦ ਜਿਹੜਾ ਅੰਦਰੋਂ ਜਾਗਦਾ ਹੈ ਉਹਦੇ ਨਾਲ ਗੱਲ ਸ਼ੁਰੂ ਕਰਦੇ ਨੇ. ਐਂਡ ਨਾਓ ਹੀ ਇਜ਼ ਗੋਇੰਗ ਟੂ ਡਿਪਿਕਟ ਇੱਕ ਪਿਕਚਰ ਸਾਨੂੰ ਦਿਖਾ ਰਹੇ ਨੇ ਐਜ਼ ਕੰਪੇਅਰਡ ਟੂ ਜਿਹੜੀ ਛੋਟੀ ਲਿਮਿਟਿਡ ਆਰਤੀ ਹੋ ਰਹੀ ਹੈ ਮੰਦਰ ਦੇ ਵਿੱਚ. ਤੇ ਆਖਦੇ ਨੇ ਗगन ਮੈਂ ਥਾਲ. ਇਹ ਸਾਰੇ ਦਾ ਸਾਰਾ ਸਕਾਈ ਜਿਹੜਾ ਹੈ ਨਾ ਇਹ ਇੱਕ ਥਾਲ ਹੈ. ਜੇ ਪਰਮਾਤਮਾ ਅਨਲਿਮਿਟਿਡ ਹੈ, ਓਮਨੀ ਪ੍ਰੈਜ਼ੈਂਟ ਹੈ, ਯੂਨੀਵਰਸਲ ਹੈ ਤੇ ਉਹਦੀ ਆਰਤੀ ਛੋਟੀ ਨਹੀਂ ਹੋ ਸਕਦੀ, ਲਿਮਿਟਿਡ ਨਹੀਂ ਹੋ ਸਕਦੀ. ਮੈਨੂੰ ਯਾਦ ਹੈ ਮੈਂ ਇੱਕ ਫਿਲਮ ਦੇਖੀ ਸੀ ਜਿਹਦੇ ਵਿੱਚ ਅਸੀਂ ਆਰਤੀ ਕਰ ਰਹੇ ਸਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ. ਸਾਡੀ ਆਰਤੀ ਉਹੀ ਸੀ, ਸਿਰਫ ਅਸੀਂ ਮੂਰਤੀ ਦੇ ਅੱਗੇ ਨਹੀਂ ਕਰ ਰਹੇ ਸਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰ ਰਹੇ ਸਾਂ. ਆਇਰੋਨਿਕਲ ਕਿ ਅਸੀਂ ਸ਼ਬਦ ਜਿਹੜਾ ਪੜ੍ਹ ਰਹੇ ਸਾਂ ਉਹ ਇਹ ਵਾਲਾ ਸੀ, ਅਨਲਿਮਿਟਿਡ ਆਰਤੀ ਵਾਲਾ, ਪਰ ਅਸੀਂ ਉਹਨੂੰ ਵੀ ਸਮਝਿਆ ਨਹੀਂ ਸ਼ਾਇਦ. ਇਸ ਵਾਸਤੇ ਅਸੀਂ ਉਹੀ ਲਿਮਿਟਿਡ ਆਰਤੀ ਕਰ ਰਹੇ ਸਾਂ. ਹੀ ਸੇਜ਼ ਗगन ਮੈਂ ਥਾਲ. ਇਹ ਸਾਰੇ ਦਾ ਸਾਰਾ ਗगन ਜਿਹੜਾ ਇੱਕ ਥਾਲ ਹੈ. ਇਹਦੇ ਵਿੱਚ ਜਿਹੜੇ ਮੋਤੀ ਨੇ ਉਹ ਪਤਾ ਕਿਹੜੇ ਨੇ, ਲਾਈਟ ਜਿਹੜੇ ਹੈਗੇ ਨੇ. ਹੀ ਸੇਜ਼ ਗगन ਮੈਂ ਥਾਲ ਰਵ ਚੰਦ ਦੀਪਕ ਬਣੇ. ਉਹ ਲਾਈਟ ਕਿਹੜੀਆਂ ਨੇ? ਸੂਰਜ ਤੇ ਚੰਦਰਮਾ, ਇਹ ਲਾਈਟਸ ਨੇ. ਤਾਰਿਕਾ ਮੰਡਲ ਜਨਕ ਮੋਤੀ. ਤੇ ਜਿਤਨੀ ਇਸ ਕਾਇਨਾਤ ਦੇ ਵਿੱਚ ਮੋਤੀ ਨੇ, ਪਰਲਸ ਨੇ, ਪ੍ਰੈਸ਼ੀਅਸ ਜੂਲਸ ਨੇ, ਦੇ ਆਰ ਲਾਈਕ ਦ ਸਟਾਰਸ on this platter. Can you imagine the magnanimity of what he's talking about? ਧੂਪ ਮਲੇ ਆਣ ਲੋ ਪਵਨ ਚਵਰੋ ਕਰੇ. ਉਹ ਸੈਂਡਲਵੁੱਡ ਜਿਹੜੀ ਧੂਫ ਹੈਗੀ ਅੰਦਰ, ਹੀ ਸੇਜ਼ ਸਾਰੀ ਜਗਤ ਦੀ ਜਿਹੜੀ ਧੂਫ ਹੈਗੀ ਹੈ, ਜਿਹੜੀ ਆ ਰਹੀ ਹੈ ਸਮੈਲ, ਜਿਹੜੀ ਐਰੋਮੈਟਿਕ ਸਮੈਲ ਆ ਰਹੀ ਹੈ, ਜੰਗਲਾਂ ਦੇ ਵਿੱਚੋਂ ਆ ਰਹੀ ਹੈ, ਜਿਹੜੇ ਪੌਦੇ ਪੈਦਾ ਕੀਤੇ ਗਏ ਨੇ,
ਧੂਪ ਮਲੈ ਆਣ ਲੋ, ਪਵਨ ਚਵਰੋ ਕਰੇ। ਜਿਹੜਾ ਚੌਰ ਹੋ ਰਿਹਾ ਉਹ ਪਵਨ ਕਰ ਰਹੀ ਹੈ। ਸਗਲ ਬਨਰਾਏ ਫੂਲੰਤ ਜੋਤੀ, ਐਂਡ ਛੋਟੇ ਛੋਟੇ ਫੁੱਲ ਨਹੀਂ ਨੇ ਉਸ ਆਰਤੀ ਦੀ ਥਾਲ ਦੇ ਵਿੱਚ, ਸਾਰੀ ਜਗਤ ਦੇ ਜਿਹੜੇ ਫੁੱਲ ਨੇ ਇਹ ਤੇਰੀ ਆਰਤੀ ਦੇ ਵਿੱਚ ਪੈਦਾ ਹੋਏ ਨੇ। ਓ ਮਾਈ ਗॉड, ਦੇਖੋ ਕਿਤਨਾ ਵਿਸ਼ਾਲ ਸਿਨੈਰੀਓ ਸਾਨੂੰ ਦਿੱਤਾ ਹੈ ਆਰਤੀ ਦਾ। ਤੇ ਜੇ ਅਸੀਂ ਹਾਲੀ ਵੀ ਨਾ ਸਮਝੀਏ ਕਿ ਪਰਮਾਤਮਾ ਹਰ ਇੱਕ ਜ਼ਰਰੇ ਦੇ ਵਿੱਚ ਮੌਜੂਦ ਹੈ, ਇਤਨਾ ਵਿਸ਼ਾਲ ਹੈ ਕਿ ਅਸੀਂ ਉਸ ਨੂੰ ਕਦੀ ਸੀਮਿਤ ਨਹੀਂ ਕਰ ਸਕਦੇ। ਵੀ ਕਾਂਟ ਲਿਮਿਟ ਦੀ ਅਨਲਿਮਿਟਿਡ। ਬਟ ਇਹ ਤੇ ਹੋ ਗਿਆ ਉਸ ਦਾ ਵਿਸ਼ਾਲ ਰੂਪ, ਉਸ ਦਾ ਨਿਰਗੁਣ ਰੂਪ ਜਿਹੜਾ ਕਿ ਦਿਖਾਈ ਨਹੀਂ ਦਿੰਦਾ। ਜਦੋਂ ਵੀ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਤੇ ਨਿਰਗੁਣ ਤੇ ਸਰਗੁਣ ਦੋਵੇਂ ਰੂਪਾਂ ਦੀ ਗੱਲ ਕੀਤੀ ਹੈ, ਦੀ ਅਨਸੀਨ ਐਂਡ ਦ ਸੀਨ। ਗੁਰੂ ਸਾਹਿਬ ਬਿਲੀਵਡ ਇਨ ਬੋਥ, but his description of the God that can be visible is also very unique. In the stanza, he explains that. He says, "O Lord, I can see you." And this is how he describes it. He says, "Sahas tav nain." If somebody asks me, what are your eyes like? Teri akkha kiyon jiyan ne? ਤੇ ਮੈਂ ਕਹਾਂਗਾ ਤੇਰੀਆਂ ਦੋ ਅੱਖਾਂ ਨਹੀਂ ਨੇ, ਤੇਰੀਆਂ ਸੈਂਕੜੇ ਅੱਖਾਂ ਨੇ। ਯੂ ਹੈਵ ਮਿਲੀਅਨਸ ਆਫ ਆਈਜ਼, ਬਿਲੀਅਨਸ ਆਫ ਆਈਜ਼, all the eyes that can see are all yours, but you don't have two particular eyes. ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ। ਤੇਰੇ ਜਿਹੜੇ ਦੋ ਅੱਖਾਂ ਕੋਈ ਕਵੇ ਇਸ ਤਰ੍ਹਾਂ ਦੀਆਂ ਨੇ, ਨਹੀਂ, ਤੇਰੀਆਂ ਕੋਈ ਦੋ ਪਰਟੀਕੂਲਰ ਅੱਖਾਂ ਨਹੀਂ ਨੇ। सहस तव नैन, नन नैन है तोहे को। सहस मूरत, तेरे फेसेस वे बिलियंस ने, पर तेरा कोई पर्टिकुलर चेहरा नहीं है। सहस मूर्त नना एक तो ही, सहस पद बिमल नन एक पद। तेरे ही कदम ने, तेरे ही हाथ ने, तेरे ही शरीर ने, पर तेरा कोई पर्टिकुलर शरीर नहीं है। सहस तव गंध, नक भी तेरे सारे ने, एव चलत मोहि। दिस इज हाउ आई सी यू। एंड यू नो ही सेज, सब में जोत जोत है सोए, तिस दै चानन सब में चानन होए। सब में जोत, सारियां दे विच तेरी जोत है। योर लाइट illuminates each and every being. And this is how you are supposed to see. Gur Sakhi Jot Pargat hoye. Through the teachings of the Guru, Guru ਦੀ ਸਿੱਖਿਆ ਦੇ ਨਾਲ ਸਾਨੂੰ ਇਹ ਸਮਝ ਆਉਂਦੀ ਹੈ, ਸਾਡੇ ਅੰਦਰ ਉਹ ਜਾਗਰਤ ਪੈਦਾ ਹੁੰਦੀ ਹੈ, ਉਹ ਸੋਚ ਪੈਦਾ ਹੁੰਦੀ ਹੈ, ਇਹ ਨਜ਼ਰ ਪੈਦਾ ਹੋ ਜਾਂਦੀ ਹੈ ਕਿ ਅਸੀਂ ਸਾਰਿਆਂ ਦੇ ਅੰਦਰ ਪਰਮਾਤਮਾ ਨੂੰ ਦੇਖ ਸਕੀਏ। ਕਿਸੇ ਰਾਈਟਰ ਨੇ ਬੜਾ ਅੱਛਾ ਲਿਖਿਆ ਹੈ, ਕਹਿੰਦਾ, if you can't see God in all, you can't see God at all. I love that. ਜੇ ਤੁਸੀਂ ਹਰ ਇਨਸਾਨ ਦੇ ਅੰਦਰ ਪਰਮਾਤਮਾ ਨੂੰ ਨਹੀਂ ਦੇਖ ਸਕਦੇ ਤੇ ਤੁਸੀਂ ਪਰਮਾਤਮਾ ਨੂੰ ਦੇਖ ਹੀ ਨਹੀਂ ਸਕਦੇ। ਅਸੀਂ ਸਮਝਦੇ ਹਾਂ ਪਰਮਾਤਮਾ ਇਸ ਸ੍ਰਿਸ਼ਟੀ ਤੋਂ ਬਾਹਰ ਹੈ, ਕੋਈ ਅਲੱਗ ਹੈ, ਅਲੱਗ ਨਹੀਂ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। And the day we are able to worship, love, adore the people that are around us, ਆਰਤੀ ਸੰਪੂਰਨ ਹੋਏਗੀ। ਇਹ ਵਾਲੀ ਆਰਤੀ ਜਿਹੜੇ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ, ਪਰ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਆਰਤੀ ਸਿਖਾਈ ਹੈ ਉਹ ਹੈ, ਲੁੱਕ ਐਟ ਦ ਪੀਪਲ ਅਰਾਊਂਡ ਯੂ। ਜੇ ਤੁਸੀਂ ਹਾਲੀ ਉਹਨਾਂ ਨੂੰ ਗਾਲਾਂ ਕੱਢਦੇ ਪਏ ਹੋ, ਉਹਨਾਂ ਨੂੰ ਦੇਖ ਕੇ ਤੁਹਾਡੇ ਅੰਦਰ ਇੱਕ ਜੈਲਸੀ ਦਾ ਭਾਵ ਆਉਂਦਾ ਹੈ, ਤੁਸੀਂ ਉਹਨਾਂ ਨੂੰ ਦੇਖ ਕੇ ਇਫ ਯੂ ਆਰ ਲੁਕਿੰਗ ਡਾਊਨ ਅਪਨ ਐਨੀਬਡੀ, then whatever arti you are doing is contrary to that belief of having seen God in everyone. Sab mein jot jot hai soe. Then he says, har charan kaval makrand lobhit mano, andino mohe ahi pyasa. You know, there is the only thirst that I have. ਜੇ ਮੈਂ ਤੇਰੇ ਅੱਗੇ ਕੁਝ ਮੰਗਾ ਹੈ ਪਰਮਾਤਮਾ, ਸਿਰਫ ਇੰਨਾ ਹੀ ਮੰਗਦਾ ਹਾਂ, ਇੰਨੀ ਹੀ ਮੇਰੀ ਮੰਗ ਹੈ
ਕਿ ਮੈਨੂੰ ਆਪਣੇ ਚਰਨ ਕਮਲਾਂ ਦੇ ਨਾਲ ਜੋੜੀ ਰੱਖੀ। Make me humble enough to be able to see the goodness in everyone. Much like the pollen which is present in a flower, ਮਕਰੰਦ ਕਹਿੰਦੇ ਨੇ ਜਿਹਨੂੰ, ਕਹਿੰਦੇ ਨੇ I can't see that, but that is the growth and it is the smallest thing. It is the seed of the flowers through which it grows. ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ। ਦਿਨ ਰਾਤ ਮੈਨੂੰ ਇਹੀ ਪਿਆਸ ਲੱਗੀ ਰਹੇ ਕਿ ਮੈਂ ਤੈਨੂੰ ਤੇਰੇ ਬਣਾਏ ਹੋਏ ਜਗਤ ਦੇ ਵਿੱਚ ਦੇਖ ਸਕਾਂ। ਕਿਰਪਾ ਜਲ ਦੇ ਨਾਨਕ ਸਾਰੰਗ ਕੋ। There is a songbird that only longs to drink the rainwater. Even if there is a lot of water around, it only longs for that pristine water from the rain. He says, I am much like that. I only need this from you to be able to bless me. Gura ik de bujhai, sabna jiya ka ik data. ਸੋ ਮੈਂ ਵਿਸਰ ਨਾ ਜਾਈ, ਮੈਂ ਸਾਰਿਆਂ ਦੇ ਅੰਦਰ ਤੈਨੂੰ ਦੇਖ ਸਕਾਂ, ਇਹ ਤੇਰੀ ਆਰਤੀ ਹੋਏਗੀ। ਔਰ ਇਹੀ ਮੈਂ ਮੰਗ ਕਰਦਾ ਹਾਂ, ਹੇ ਪਰਮਾਤਮਾ, ਹੇ ਗੁਰੂ, ਬਲੈਸ ਮੀ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾਂ। ਕਿ ਤੇਰਾ ਨਾਮ ਮੇਰੇ ਹਿਰਦੇ ਦੇ ਵਿੱਚ ਉਜਾਗਰ ਹੋਵੇ, ਤੇਰੇ ਨਾਮ ਦੀ ਮੇਰੇ ਅੰਦਰ ਕਿਰਪਾ ਹੋਵੇ। ਐਂਡ ਦ ਡਿਵਾਈਨ ਕੁਆਲਿਟੀਜ਼ are what he talks about as Naam. May we all be able to do the right arti towards the people that are the manifestation of the divine. Thank you so much for listening, ji. Apologies for the mistakes. Vaheguru ji ka Khalsa, Vaheguru ji ki Fateh.